नहीं लंघदा वक्त विछोड़े दा, बिन यार गुजारा कौन करे। दुनिया तो किनारा हो सकदा है, यारां तो किनारा कौन करे। एक दिन होवे तां लंघ जावे, सारी उम्र गुजारा कौन करे। सारी उम्र गुजारा कौन करे। खैर मकदम कर दिया मैं टीनू शर्मा हाजिर हाँ जनाब, एक बार फिर तो लेके प्रोग्राम आपो अपनी गल। ते आपो अपनी गल दा अज दा जिहड़ा विषय बहुत ही सीरीयस विषय। विषय सुनोगे? सुनो फिर। विषय है जी पीजी विच रहन वाली कुड़ियां नूं पीजी दौरान रहिंदियां किहड़ियां-किहड़ियां सावधानियां दी वरतों करनी चाहिदी है या किहड़ियां-किहड़ियां सावधानियां ध्यान च रखनियां चाहिदियां। इस विषय दे उत्ते गल करन लई नंबर भी नोट करो। साडे नंबर ने जी 0181 281 42 61, 0181 281 42 64। तैयार हो अज दे विषय नूं लैके? पीजी दे विच रहन वाली कुड़ियां नूं किहड़ियां-किहड़ियां सावधानियां वरतनियां चाहिदियां या पीजी दे विच रहन दौरान किहड़ी-किहड़ी सावधानियां दा ध्यान रखना चाहिदा है। विषय तो मैं जिवें पहलां भी कहा कि बहुत सीरीयस विषय है, सोचण वाला विषय। प्रैक्टिकली जदों इस ते इंप्लीमेंट किया जाता है तो सब तो पहला ध्यान और सब तो पहला डर माँ प्यो के दिमाग दे विच आउंदा है। जदों बच्चा या स्टूडेंट या अपने घर का कोई भी जी पहली बार पढ़न लई पीजी च जांदा है, होस्टल फुल हो जाते हैं, पीजी च रहना शुरू कर दिंदा है, पेरेंट्स उदों डरदे ने। या जदों कोई भी इंसान पढ़न दे बाद पहली बार अपने घरों निकलदा है ते पीजी च रहिंदा है काम करन दे लई। दो तरह के लोग रहिंदे ने, जिहड़े अपने शहर तो दूजे शहर जांदे ने या जिहड़े पढ़न लई दूजे शहर जांदे ने, जिहड़े काम करन लई दूजे शहर जांदे ने। साडे शो दे विच पहले कॉलर भी साडे नाल जुड़ गए, आओ लैंदे आ कॉल, वेखदे आ इह की कहंदे ने। हेलो हेलो हाँ जी। हाँ जी तीनों जी सत श्री अकाल। सत श्री अकाल जी कुसुम जी, बहुत बहुत स्वागत है तुहाडा। शुक्रिया जी। सब तो पहला तो मैं ये कहना चाहूंगी कि मैनू नहीं लगता कि इस तो पहला इस विषय ते कोई विचार चर्चा लई इस विषय नूं चुनिया गया होवे, सो उहदे लई तुहानूं वधाई आ जी। थैंक यू सो मच, बहुत बहुत शुक्रिया जी। जी तीनों जी। हाँ जी, की कहना चाहोगे तुसीं? तीनों जी दस जिवें कहा कि सावधानियां है ना, सावधानियां भी बहुत सारिया हुंदियां ने, पर मैं जिहड़ियां पीजी दी लाइफ जिहड़ी आ पीजी दी जिंदगी आ सानूं बहुत कुछ सिखाउंदी भी आ। ਉਹਦੇ ਵਿੱਚ ਜੇ ਮੈਂ ਤਿੰਨ ਚਾਰ ਗੱਲਾਂ ਕਰਾਂ ਤਾਂ ਬਹੁਤੀ ਵਾਰ ਇਹ ਕਿਹਾ ਜਾਂਦਾ ਆ ਵੀ ਕੁੜੀਆਂ ਦਾ ਕੋਈ ਆਪਣਾ ਘਰ ਨਹੀਂ ਹੁੰਦਾ, ਉਹਨਾਂ ਦੇ ਪੇਕੇ ਜਾਂ ਸਹੁਰੇ ਹੁੰਦੇ ਆ। ਹਾਂ। ਪਰ ਮੈਨੂੰ ਲੱਗਦਾ ਹੁੰਦਾ ਵੀ ਜੇ ਪੀਜੀ ਵਾਲਾ ਜਿਹੜਾ ਕਮਰਾ ਆ, ਜੇ ਮਤਲਬ ਜਿਸ ਤਰ੍ਹਾਂ ਇੱਕ ਕੁੜੀ ਨੂੰ ਆਪਾਂ ਮੰਨੀਏ ਵੀ ਜਿਹੜਾ ਪੀਜੀ ਵਾਲਾ ਕਮਰਾ ਆ ਨਾ ਉਹਦਾ ਆਪਣਾ ਘਰ ਹੋ ਸਕਦਾ ਉਹ, ਜੇ ਉਹਨੂੰ ਚੰਗੇ ਤਰੀਕੇ ਉਹਨੂੰ ਰਹਿਣਾ ਆਵੇ। ਔਰ ਦੂਜੀ ਗੱਲ ਇਹ ਹੁੰਦੀ ਆ ਕਿ ਪੀਜੀ ਵਿੱਚ ਰਹਿਣਾ ਮਤਲਬ ਕਿ ਸਾਡੇ ਉੱਤੇ ਜਿਹੜੀਆਂ ਲੋੜੀਂਦੀਆਂ ਰੋਕ ਟੋਕਾਂ ਲਗਾਈਆਂ ਹੁੰਦੀਆਂ ਸਾਡੇ ਮਾਂ-ਬਾਪ ਨੇ, ਅਸੀਂ ਉਹਦੇ ਤੋਂ ਵੀ ਮੁਕਤ ਹੋ ਜਾਂਦੇ ਹਾਂ। ਇੱਕ ਆਜ਼ਾਦੀ ਸਾਨੂੰ ਮਿਲ ਜਾਂਦੀ ਆ। ਬਿਲਕੁਲ। ਪਰ ਕਈ ਵਾਰੀ ਅਸੀਂ ਉਸ ਆਜ਼ਾਦੀ ਮਤਲਬ ਦੇ ਵਿੱਚ ਅਸੀਂ ਉਹਨੂੰ ਲੈ ਜਾਂਦੇ ਹਾਂ ਵੀ ਆਜ਼ਾਦੀ ਸ਼ਾਇਦ ਸਾਨੂੰ ਘੁੰਮਣ ਫਿਰਨ ਦੀ ਮਿਲਦੀ ਹੈ, ਸਾਨੂੰ ਪਾਰਟੀਆਂ ਕਰਨ ਦੀ ਮਿਲ ਗਈ ਹੈ, ਔਰ ਅਸੀਂ ਸਾਰਾ ਕੁਛ ਛੱਡ ਕੇ ਉਸ ਆਜ਼ਾਦੀ ਵੱਲ ਹੋ ਜਾਂਦੇ ਹਾਂ। ਪਰ ਮੈਨੂੰ ਲੱਗਦਾ ਹੁੰਦਾ ਵੀ ਸਾਨੂੰ ਉਹ ਕੰਮ ਕਰ ਲੈਣੇ ਚਾਹੀਦੇ ਆ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਜਿਨ੍ਹਾਂ ਚੀਜ਼ਾਂ ਨੂੰ ਕਰਨ ਦੇ ਲਈ ਹਮੇਸ਼ਾ ਮੁਸ਼ਕਿਲਾਂ ਹੁੰਦੀਆਂ ਰਹੀਆਂ ਆਪਣੇ ਘਰ ਵਿੱਚ ਰਹਿ ਕੇ। ਜਿੱਦਾਂ ਕਿ ਹੁਣ ਬਹੁਤ ਸਾਰੇ ਜਿਹੜੇ ਮਾਂ ਬਾਪ ਹੁੰਦੇ ਉਹਨਾਂ ਨੂੰ ਕੁੜੀਆਂ ਦਾ ਬਹੁਤ ਜ਼ਿਆਦਾ ਕਿਤਾਬਾਂ ਪੜ੍ਹਨਾ, ਆਪਣੇ ਸਿਲੇਬਸ ਤੋਂ ਇਲਾਵਾ ਕਿਤਾਬਾਂ ਪੜ੍ਹਨਾ ਹੀ ਪਸੰਦ ਨਹੀਂ ਹੁੰਦਾ। ਸੋ ਇਸ ਆਜ਼ਾਦੀ ਦਾ ਉਹ ਫਾਇਦਾ ਲਈਏ ਵੀ ਅਸੀਂ ਆਪਣੇ ਕਮਰੇ ਦੇ ਵਿੱਚ ਆਰਾਮ ਨਾਲ ਬੈਠ ਕੇ ਕਿਤਾਬਾਂ ਪੜ੍ਹ ਸਕਦੇ ਹਾਂ, ਆਪਣਾ ਇੱਕ ਸਟੱਡੀ ਲਈ ਵੱਖਰਾ ਇੱਕ ਖੂੰਜਾ ਬਣਾ ਸਕਦੇ ਹਾਂ। ਸਾਨੂੰ ਉੱਧਰ ਨੂੰ ਸੋਚਣਾ ਚਾਹੀਦਾ। ਔਰ ਤੀਜੀ ਗੱਲ ਜ਼ਰੂਰ ਬਹੁਤ ਸਾਡੀ ਸਮਾਜ ਦੇ ਵਿੱਚ ਇਹ ਹੁੰਦਾ ਵੀ ਕੁੜੀਆਂ ਦਾ ਵਿਆਹ ਤੇ ਕਰਨਾ ਹੀ ਹੈ, ਚਾਹੇ ਜਿੰਨਾ ਮਰਜ਼ੀ ਪੜ੍ਹ ਲਿਖ ਜਾਵੇ। ਸੋ ਕੁੜੀਆਂ ਜਦੋਂ ਪੀਜੀ 'ਚ ਰਹਿੰਦੀਆਂ ਉਹਨਾਂ ਦੇ ਨਾਲ ਦੀਆਂ ਜਿਹੜੀਆਂ ਕੁੜੀਆਂ ਰਹਿੰਦੀਆਂ ਆ, ਜ਼ਾਹਿਰ ਜੀ ਗੱਲ ਆ ਵੀ ਸਾਡੇ ਸੁਭਾਅ ਦੇ ਨਾਲ ਮੇਲ ਖਾਂਦਾ ਹਰ ਬੰਦਾ ਨਹੀਂ ਹੁੰਦਾ, ਸਾਡੇ ਤੋਂ ਉਲਟ ਸੁਭਾਅ ਦਾ ਬੰਦਾ ਵੀ ਸਾਡੇ ਨਾਲ ਰਹਿ ਪੈਂਦਾ ਜੀ। ਸੋ ਉਹਦੇ ਨਾਲ ਕਿਵੇਂ ਰਹਿਣਾ, ਉਹਦੇ ਨਾਲ ਕਿਵੇਂ ਢਲਣਾ ਹੈ, ਉਹਨਾਂ ਪਿਆਰ ਪਾਉਣਾ ਹੈ, ਉਹ ਸਾਡੇ ਵਿਆਹ ਤੋਂ ਬਾਅਦ ਜਿਹੜੇ ਰਿਸ਼ਤੇ ਬਣਾਉਣ ਦੇ ਵਿੱਚ ਵੀ ਸਾਨੂੰ ਬਹੁਤ ਹੈਲਪ ਕਰਦਾ। ਵਾਹ ਜੀ ਵਾਹ, ਬਹੁਤ ਖੂਬ ਹੈ ਨਾ। ਔਰ ਜੇ ਇੱਕ ਹੋਰ ਗੱਲ ਕਰੀਏ, ਮੈਨੂੰ ਲੱਗਦਾ ਹੁੰਦਾ ਕਿ ਜੇ ਬੰਦੇ ਨੇ, ਚਾਹੇ ਉਹ ਮੁੰਡਾ ਹੈ ਚਾਹੇ ਕੁੜੀ ਹੈ, ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਮੈਨੇਜਮੈਂਟ ਹੁੰਦੀ ਆ ਆਪਣੀਆਂ ਚੀਜ਼ਾਂ ਨੂੰ ਲੈ ਕੇ, ਆਪਣੀ ਰਹਿਣ ਸਹਿਣ ਨੂੰ ਲੈ ਕੇ, ਜਿਹੜੀ ਮੈਨੇਜਮੈਂਟ ਆ ਨਾ ਉਹਨੂੰ ਜੇ ਚੰਗੀ ਤਰੀਕੇ ਸਿੱਖਣਾ ਤਾਂ ਉਹਨੂੰ ਘਰੋਂ ਬਾਹਰ ਜ਼ਰੂਰ ਰਹਿਣਾ ਚਾਹੀਦਾ। ਬਿਲਕੁਲ। ਮੈਨੂੰ
2-2.5 ਸਾਲ ਹੋ ਗਏ ਪੀਜੀ ਦੇ ਵਿੱਚ ਰਹਿੰਦੀ ਨੂੰ। ਪਹਿਲੇ 3-4 ਮਹੀਨੇ ਮੈਨੂੰ ਇੰਨੀ ਕੁ ਜ਼ਿਆਦਾ ਦਿੱਕਤ ਆਈ ਔਰ ਮੈਨੂੰ ਪਤਾ ਲੱਗਿਆ ਮੈਂ ਕਿੰਨੀ ਖਰਾਬ ਮੈਨੇਜਰ ਆ। ਅੱਛਾ। ਔਰ ਮੈਨੇਜਮੈਂਟ ਦੇ ਵਿੱਚ ਮਤਲਬ ਸਿੱਖਣ ਦੇ ਵਿੱਚ ਮੈਨੂੰ ਇੰਨੀ ਹੈਲਪ ਹੋਈ ਕਿ ਮੇਰੀ ਮੰਮਾ ਨੇ ਮੈਨੂੰ ਕਦੇ ਕੰਮ ਨਹੀਂ ਸੀ ਲਾਇਆ, ਮੈਨੂੰ ਪਤਾ ਨਹੀਂ ਸੀ ਘਰ ਕਿੱਦਾਂ ਸਾਂਭੀਦਾ, ਕਿਵੇਂ ਰਹੀਦਾ, ਕਿਹੜੇ ਕਿਹੜੇ ਖਰਚੇ ਕਿੱਥੇ ਕਿੱਥੇ ਕਰਨੇ ਆ, ਉਹ ਸਾਰੀ ਮੈਨੇਜਮੈਂਟ ਆ ਗਈ ਮੈਨੂੰ। ਵਾਹ ਜੀ ਵਾਹ। ਹਨਾ। ਸੋ ਇਹ ਚੀਜ਼ਾਂ ਨੇ ਵੀ ਸਾਵਧਾਨੀਆਂ ਸਾਨੂੰ ਇਹ ਤਾਂ ਗੱਲਾਂ ਸੀਗੀਆਂ ਕਿ ਜੋ ਸਾਨੂੰ ਪੀਜੀ ਦੀ ਜ਼ਿੰਦਗੀ ਸਿਖਾਉਂਦੀ ਹੈ। ਐਗਜ਼ੈਕਟਲੀ। ਹਨਾ। ਔਰ ਸਾਵਧਾਨੀਆਂ ਇਹ ਨੇ ਕਿ ਸਾਨੂੰ ਜ਼ਰੂਰ ਹੀ ਰਜਿਸਟਰਡ ਪੀਜੀ ਦੇ ਵਿੱਚ ਰਹਿਣਾ ਚਾਹੀਦਾ। ਜਿਹੜੇ ਨਾਨ ਰਜਿਸਟਰਡ ਪੀਜੀ ਨੇ ਸਾਨੂੰ ਉਹਨਾਂ ਨੂੰ ਭੁਲਾ ਦੇਣਾ ਚਾਹੀਦਾ ਹੈ। ਐਗਜ਼ੈਕਟਲੀ। ਜੋ ਕਿ ਮੇਰਾ ਤਜਰਬਾ ਕਹਿੰਦਾ ਹੈ। ਬਿਲਕੁਲ ਠੀਕ ਕਹਿੰਦੇ ਹੋ। ਹਨਾ। ਕਿਉਂਕਿ ਰਜਿਸਟਰਡ ਪੀਜੀ ਦੇ ਵਿੱਚ ਤੁਹਾਡਾ ਸਾਰਾ ਜਿਹੜਾ ਡਾਟਾ ਹੈ, ਜਿੰਨੀਆਂ ਕੁੜੀਆਂ ਰਹਿੰਦੀਆਂ ਆ, ਉਹ ਪੁਲਿਸ ਤੇ ਥਾਣਿਆਂ ਦੇ ਵਿੱਚ ਵੀ ਹੁੰਦਾ ਹੈ। ਸਾਰਾ ਕੁਝ ਉਹਨਾਂ ਨੇ ਚੈੱਕ ਕਰਕੇ ਫੇਰ ਤੁਹਾਨੂੰ ਰੱਖਿਆ ਹੁੰਦਾ। ਨਾਨ ਰਜਿਸਟਰਡ ਜਿਹੜੇ ਪੀਜੀ ਨੇ ਉਹ ਕਿਸੇ ਵੀ ਤਰ੍ਹਾਂ ਦੇ ਬੰਦੇ ਨੂੰ ਪੀਜੀ ਦੇ ਵਿੱਚ ਰੱਖ ਲੈਂਦੇ ਨੇ। ਮੇਰਾ ਨਿੱਜੀ ਤਜਰਬਾ ਹੈ ਵੀ ਕੁਝ ਕ੍ਰਿਮੀਨਲ ਕੁੜੀਆਂ ਵੀ ਮਤਲਬ ਉਹ ਰੱਖ ਲੈਂਦੇ ਨੇ ਬਿਨਾਂ ਉਹਨਾਂ ਦੀ ਕੋਈ ਜਿਹੜਾ ਪਿਛੋਕੜ ਜਾਣੇ। ਬਿਲਕੁਲ। ਔਰ ਉਹ ਉੱਥੇ ਚੋਰੀਆਂ ਕਰਦੀਆਂ ਨੇ, ਉਹ ਮਾਰ ਕੁਟਾਈ ਵੀ ਹੁੰਦੀ ਦੇਖੀ ਹੋਈ ਹੈ ਮੈਂ। ਸੋ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਔਰ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਕਿ ਲੈ ਅਸੀਂ ਜਿੱਦਾਂ ਦੇ ਹੈਗੇ ਆ, ਦੂਜਾ ਬੰਦਾ ਜਿਹੜਾ ਸਾਡੇ ਨਾਲ ਰਹਿੰਦਾ ਹੈ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ, ਸਾਡੇ ਤੇ ਕੀ ਅਸਰ ਪੈਂਦਾ। ਪਰ ਮੈਂ ਕਹਿੰਦੀ ਹੁੰਦੀ ਹਾਂ ਕਿ ਤੁਹਾਡੇ ਨਾਲ ਜਿਹੜਾ ਬੰਦਾ ਰਹਿੰਦਾ ਹੈ ਤੁਹਾਨੂੰ ਉਹਦੀ ਵੀ ਪੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਬਿਲਕੁਲ ਠੀਕ। ਉਹ ਕਿੱਦਾਂ ਦਾ ਬੰਦਾ ਹੈ, ਉਹਦਾ ਪਿਛੋਕੜ ਕੀ ਹੈ, ਇਹਦੇ ਤੋਂ ਸਾਨੂੰ ਕੋਈ ਨੁਕਸਾਨ ਤਾਂ ਨਹੀਂ ਹੋ ਸਕਦਾ। ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਔਰ ਇਹਦੇ ਵਿੱਚ ਪੀਜੀ ਵਾਲਿਆਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਵੀ ਜੇ ਕੁਝ ਚੰਗੇ ਵਿਹਾਰ ਵਾਲੀਆਂ ਕੁੜੀਆਂ ਰਹਿੰਦੀਆਂ ਨੇ ਤਾਂ ਅਸੀਂ ਉਹਦੇ ਵਿੱਚ ਮਾੜੇ ਵਿਹਾਰ ਵਾਲੀਆਂ ਕੁੜੀਆਂ ਨੂੰ ਐਡ ਨਾ ਕਰੀਏ। ਬਿਲਕੁਲ। ਕੁੜੀਆਂ ਬਾਹਰ ਜਾ ਕੇ ਮੈਨੂੰ ਲੱਗਦਾ ਹੈ ਹੋਰ ਵਧੀਆ ਤਰੀਕੇ ਨਾਲ ਜ਼ਿੰਦਗੀ ਜੀਣਾ ਸਿੱਖ ਸਕਦੀਆਂ ਨੇ ਜੇ ਉਹ ਕੁਝ ਚੀਜ਼ਾਂ ਦਾ ਧਿਆਨ ਰੱਖ ਕੇ ਉਹ ਚੱਲਣ। ਔਰ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਹੋਵੇ ਵੀ ਹਾਂ ਅਸੀਂ ਜੇ ਬਾਹਰ ਰਹਿੰਦੇ ਹਾਂ ਘਰ ਤੇ ਅਸੀਂ ਕਿਹੋ ਜਿਹੇ ਫਾਇਦੇ ਚੁੱਕਣੇ ਨੇ। ਬਿਲਕੁਲ। ਬਹੁਤ ਖੂਬ ਕੁਸਮ ਜੀ, ਬਹੁਤ ਸੋਹਣੇ ਵਿਚਾਰ ਤੁਸੀਂ ਦਿੱਤੇ। ਤੁਸੀਂ ਦੋਨੋਂ ਧਿਰ ਦੱਸ ਦਿੱਤੇ। ਸਿੱਕੇ ਦੇ ਦੋ ਕਹਿੰਦੇ ਪਹਿਲੂ ਹੁੰਦੇ ਨੇ, ਦੋਨਾਂ ਤੇ ਇਹਨਾਂ ਨੇ ਵਿਚਾਰ ਵਟਾਂਦਰਾ ਆਪਣੇ ਨਾਲ ਕੀਤਾ ਕਿ ਪਹਿਲਾਂ ਤਾਂ ਕੁੜੀਆਂ ਨੂੰ ਕਿਹੜੀਆਂ ਸਾਵਧਾਨੀਆਂ ਵੀ ਉਹੀ ਰਜਿਸਟਰਡ ਪੀਜੀ 'ਚ ਰਹਿਣਾ ਚਾਹੀਦਾ। ਦੂਜਾ ਇਹਨਾਂ ਨੇ ਕਿਹਾ ਕਿ ਉੱਥੇ ਰਹਿਣ ਦੇ ਨਾਲ ਸਾਨੂੰ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਇੰਡੀਵਿਜੂਅਲੀ। ਜਿਨ੍ਹਾਂ ਨੇ ਘਰੇ ਆਪਣੇ ਕੰਮ ਨਹੀਂ ਕੀਤਾ ਹੁੰਦਾ ਕੁੜੀਆਂ ਨੇ, ਉਹਨਾਂ ਨੂੰ ਵੀ ਕਿੰਨਾ ਕੁਝ ਮਿਲਦਾ ਹੈ। ਗੱਲ ਕਰ ਰਹੇ ਹਾਂ ਕੁੜੀਆਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ। ਕੁੜੀਆਂ ਨੂੰ ਤਾਂ ਸਾਵਧਾਨੀਆਂ ਦਾ ਚੇਤਾ ਬਾਅਦ 'ਚ ਆਉਂਦਾ। ਮੈਂ ਪਹਿਲੇ ਗੱਲ ਕਰ ਰਹੀ ਸੀ ਕਿ ਪਹਿਲੇ ਪੈਰੈਂਟਸ ਥੋੜ੍ਹਾ ਜਿਹਾ ਹੁੰਦੇ ਨੇ ਕੌਨਸ਼ੀਅਸ ਕਿ ਸਾਡੇ ਬੱਚੇ ਨੇ ਬਾਹਰ ਜਾਣਾ ਹੈਗਾ, ਚਾਹੇ ਪੜ੍ਹਾਈ ਦੇ ਲਈ ਚੱਲਾ ਹੈ, ਚਾਹੇ ਕੰਮ ਕਰਨ ਦੇ ਲਈ ਸ਼ਹਿਰ ਤੋਂ ਬਾਹਰ ਚੱਲਾ ਹੈ, ਪੀਜੀ 'ਚ ਰਹੇਗਾ, ਇਕੱਲਾ ਰਹੇਗਾ। ਬੇਸ਼ੱਕ ਪੂਰਾ ਪੀਜੀ ਗਰਲਸ ਪੀਜੀ ਨਾਲ ਭਰਿਆ ਹੋਵੇ, ਤਦ ਵੀ ਪੈਰੈਂਟਸ ਨੂੰ ਤਾਂ ਇਹੀ ਹੁੰਦਾ ਹੈ ਕਿ ਬੱਚਾ ਮੇਰਾ ਇਕੱਲਾ ਹੈ ਜੀ ਉੱਥੇ। ਆਫਕੋਰਸ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੇ ਬੱਚੇ ਨੂੰ ਘਰੋਂ ਬਾਹਰ ਨਾ ਕੱਢਿਆ ਹੋਵੇ, ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਜਦੋਂ ਆਪਣੀ ਕੁੜੀ ਘਰੋਂ ਬਾਹਰ ਕੱਢਣੀ ਪੈਂਦੀ ਹੈ, ਡਰ ਤਾਂ ਰਹਿੰਦਾ ਹੈ। ਡਰ ਸਿਰਫ ਇਹੀ ਨਹੀਂ ਰਹਿੰਦਾ ਕਿ ਮੇਰਾ ਬੱਚਾ ਬਾਹਰ ਇਕੱਲਾ ਰਹੂਗਾ, ਡਰ ਇਸ ਗੱਲ ਦਾ ਵੀ ਰਹਿੰਦਾ ਹੈ ਕਿ ਕੀ ਮੇਰੀ ਕੁੜੀ ਸੇਫ ਰਹੂਗੀ, ਕੀ ਮੇਰੀ ਕੁੜੀ ਬਾਹਰ ਤਾਂ ਨਹੀਂ ਹੋ ਜਾਊਗੀ ਹੱਥੋਂ। ਦੋ ਤਰ੍ਹਾਂ ਦੇ ਡਰ ਹੁੰਦੇ ਆ ਨਾ ਪੈਰੈਂਟਸ ਨੂੰ। ਸਾਡੇ ਕਾਲਰ ਵੀ ਸਾਡੇ ਨਾਲ ਜੁੜ ਗਏ, ਆਓ ਲੈਂਦੇ ਆ ਕਾਲ ਇਹਨਾਂ ਦਾ ਤੇ ਦੇਖਦੇ ਆ ਕਿ ਇਹ ਕੀ ਕਹਿੰਦੇ ਨੇ। ਹੈਲੋ। ਹਾਂਜੀ ਜੀ, ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਅਰਵਿੰਦਰ ਕੌਰ ਜੀ ਗੱਲ ਕਰ ਰਹੇ ਨੇ। ਜੀ ਮੈਂ ਬਿਲਕੁਲ ਅਰਵਿੰਦਰ ਬੋਲ ਰਹੀ ਹਾਂ। ਤੁਹਾਡਾ ਅੱਜ ਦਾ ਟੌਪਿਕ ਬਹੁਤ ਅੱਛਾ ਹੈ। ਥੈਂਕ ਯੂ ਸੋ ਮਚ। ਪਹਿਲੇ ਤੇ ਤੁਹਾਡਾ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਹਾਂਜੀ, ਕੀ ਕਹੋਗੇ ਅੱਜ ਦੇ ਵਿਸ਼ੇ ਦੇ ਉੱਤੇ? ਅੱਜ ਦੇ ਵਿਸ਼ੇ ਤੇ ਮੈਮ ਮੈਂ ਥੋੜੀ ਪ੍ਰੈਕਟੀਕਲ ਤੇ ਡਾਇਰੈਕਟ ਗੱਲ ਕਰਨਾ ਚਾਹੂੰਗੀ। ਅੱਛਾ। ਐਕਚੁਅਲੀ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਹੁਣ ਦੀ ਦੁਨੀਆ ਹੈ ਜਾਂ ਦੁਨੀਆ ਦਾ ਜਿਹੜਾ ਵਤੀਰਾ ਆ ਇੱਕ ਦੂਸਰੇ ਦੇ ਨਾਲ, ਉਹ ਕਿੰਨਾ ਸਟ੍ਰੇਟ ਫਾਰਵਰਡ ਆ। ਔਰ ਕਿਤੇ ਨਾ ਕਿਤੇ ਚਾਹੇ ਆਪਣੀ ਸਾਡੀ ਬੈਸਟ ਫਰੈਂਡ ਹੀ ਕਿਉਂ ਨਹੀਂ ਹੈ, ਜੇਕਰ ਅਸੀਂ ਉਹਦੇ ਨਾਲ ਵੀ ਰੂਮ ਸ਼ੇਅਰ ਕਰ ਰਹੇ ਹਾਂ ਨਾ, ਫਸਟ ਆਫ ਆਲ ਅਸੀਂ ਜਦੋਂ ਪੀਜੀ ਦੇ ਵਿੱਚ ਰਹਿੰਦੇ ਹਾਂ ਤਾਂ ਅਸੀਂ ਜ਼ਿੰਦਗੀ ਦੇ ਲਈ ਇੱਕ ਨਵੀਂ ਜੰਗ ਜਿਹੜੀ ਆ ਨਾ ਆਪ ਹੀ ਸਹੇੜ ਲਈ ਹੈ। ਕਿਉਂਕਿ ਕਹਿੰਦੇ ਹੁੰਦੇ ਨੇ, ਵੈਸੇ ਤਾਂ ਕਿਹਾ ਜਾਂਦਾ ਆ ਵੀ ਔਰਤ ਜਿਹੜੀ ਔਰਤ ਦੀ ਦੁਸ਼ਮਣ ਹੁੰਦੀ ਹੈ, ਬਟ ਕੁਛ ਹੱਦ ਤੱਕ ਇਹ ਸਹੀ ਵੀ ਹੈ, ਕੁਛ ਹੱਦ ਤੱਕ ਗਲਤ ਵੀ ਹੈ। ਸਹੀ ਇਸ ਕਰਕੇ ਹੈ ਕਿ ਪ੍ਰੈਕਟੀਕਲੀ ਜੋ ਆਪਾਂ ਸੁਸਾਇਟੀ 'ਚ ਦੇਖਦੇ ਏਦਾਂ ਹੈਗਾ ਆ, ਔਰ ਗਲਤ ਇਸ ਕਰਕੇ ਕਿ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ। ਪੀਜੀ ਦੇ ਵਿੱਚ ਖਾਸ ਤੌਰ ਤੇ ਇੰਡੀਪੈਂਡੈਂਟ ਰਹਿਣ ਦੇ ਲਈ ਜ਼ਿਆਦਾ ਜ਼ਰੂਰੀ ਇਹ ਹੈਗਾ ਆ ਕਿ ਤੁਸੀਂ ਜੋ ਵੀ ਆਪਣੇ ਤੁਹਾਡੇ ਫੈਸਲੇ ਨੇ, ਸਪੈਸ਼ਲੀ ਜਿਹੜੀ ਤੁਹਾਡੀ ਪਰਸਨਲ ਲਾਈਫ ਆ, ਉਹਨੂੰ ਕਦੇ ਵੀ ਟੇਬਲ ਤੇ ਡਿਸਕਸ ਨਾ ਕਰੋ। ਉਹਨੂੰ ਕਦੇ ਵੀ ਤੁਸੀਂ ਸੌਣ ਵਾਲੇ ਬੈੱਡ ਤੇ ਬੈਠ ਕੇ ਆਪਣੇ ਨਾਲ ਦੀਆਂ ਰੂਮਮੇਟਸ ਦੇ ਨਾਲ ਡਿਸਕਸ ਨਾ ਕਰੋ, ਠੀਕ ਹੈ। ਐਂਡ ਜਿੰਨਾ ਵੀ ਤੁਹਾਡਾ ਚੀਜ਼ ਸਮਾਨ ਹੈਗਾ ਆ, ਉਹ ਕੁਛ ਵੀ ਤੁਹਾਡੇ ਕੋਲ, ਚਾਹੇ ਉਹ ਕਿਚਨ ਦਾ ਸਮਾਨ ਆ, ਚਾਹੇ ਤੁਹਾਡੇ ਕੋਲ ਆਪਣੀ ਪਰਸਨਲ ਅਸੈਸਰੀਜ਼ ਨੇ,
ਇਹ ਉਹ ਚੀਜ਼ਾਂ ਨੇ ਜਿਨ੍ਹਾਂ ਤੋਂ ਹੌਲੀ ਹੌਲੀ ਕਰਕੇ ਲੜਾਈ ਵੱਧਦੀ ਹੈ। ਜਿੰਨੀ ਦੇਰ ਤੁਸੀਂ ਕਿਸੇ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹੋ, ਯੂ ਆਰ ਦ ਬੈਸਟ ਪਰਸਨ ਐਵਰ ਸਮਨ ਕੁਡ ਹੈਵ। ਜਦੋਂ ਤੁਸੀਂ ਨਾ ਕਰ ਦਿੰਦੇ ਹੋ, ਫਿਰ ਤੁਸੀਂ ਕਿਸੇ ਹੋਰ ਨੂੰ ਵੀ ਨਾ ਕੀਤੀ ਹੁੰਦੀ ਆ। ਹੁਣ ਦੋ ਜਿਹੜੇ ਬੰਦੇ ਜਿਨ੍ਹਾਂ ਨੂੰ ਤੁਸੀਂ ਨਾ ਕੀਤੀ ਆ, ਉਹ ਉਸ ਟਾਈਮ ਤੁਹਾਡੇ ਦੁਸ਼ਮਣ ਨੇ। ਫਿਰ ਤੁਸੀਂ ਲੱਭਦੇ ਹੋ ਕਿ ਮੈਂ ਹੁਣ ਪੀਜੀ ਚੇਂਜ ਕਰ ਲਾਂ, ਹਨਾ, ਜਾਂ ਮੇਰੇ ਕੋਲ ਕੋਈ ਹੋਰ ਇਨਸਾਨ ਹੋਵੇ ਜਿਹਦੇ ਨਾਲ ਮੈਂ ਨਵੇਂ ਸਿਰੇ ਤੋਂ ਸ਼ੁਰੂ ਕਰਾਂ। ਇੱਕ ਡਰ ਅੰਦਰ ਫੇਰ ਹੁੰਦਾ, ਪਰ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਆ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਹੋਣੀਆਂ ਇਸ ਕਰਕੇ ਵੀ ਜ਼ਰੂਰੀ ਨੇ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਇਹ ਤਜਰਬਾ ਹੋ ਸਕੇ ਕਿ ਤੁਸੀਂ ਸਹੀ ਇਨਸਾਨ ਕਿਸ ਤਰ੍ਹਾਂ ਲੱਭਣਾ ਆ, ਠੀਕ ਹੈ, ਤੁਸੀਂ ਆਪਣੇ ਫੈਸਲੇ ਕਿਸ ਤਰ੍ਹਾਂ ਲੈਣੇ ਆ, ਔਰ ਤੁਸੀਂ ਜ਼ਿੰਦਗੀ ਦੇ ਵਿੱਚ ਜੇ ਨਿੱਜੀਕਰਨ ਦੀ ਗੱਲ ਆਪਾਂ ਕਰਦੇ ਹਾਂ, ਆਪਣੀ ਪਰਸਨਲ ਲਾਈਫ ਦੀ ਗੱਲ ਕਰਦੇ ਹਾਂ, ਆਪਣੀ ਸਪੇਸ ਦੀ ਗੱਲ ਕਰਦੇ ਹਾਂ, ਉਸ ਨੂੰ ਆਪਾਂ ਮੇਨਟੇਨ ਕਿਵੇਂ ਰੱਖਣਾ। ਪੀਜੀ ਲਾਈਫ ਇਸ ਕਰਕੇ ਵੀ ਇੰਪੋਰਟੈਂਟ ਆ। ਇਹ ਵੀ ਕਹਿਣਾ ਗਲਤ ਆ ਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਨੇ ਜਾਂ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਜਾਂ ਜਿਹੜੀ ਸਾਡੀ ਜਨਰੇਸ਼ਨ ਆ, ਉਹਨਾਂ ਨੂੰ ਸਾਨੂੰ ਘਰੋਂ ਬਾਹਰ ਨਹੀਂ ਕੱਢਣਾ ਚਾਹੀਦਾ ਕਿਉਂਕਿ ਮਾਹੌਲ ਖਰਾਬ ਆ। ਜਿੰਨੀ ਦੇਰ ਭੱਜਦੇ ਰਵਾਂਗੇ ਨਾ, ਉਨੀ ਦੇਰ ਤੱਕ ਸੱਚ ਨਾਲ ਸਾਹਮਣਾ ਵੀ ਨਹੀਂ ਹੋ ਸਕਦਾ। ਖੜਾਂਗੇ ਤਾਂ ਹੀ ਪਤਾ ਲੱਗੂਗਾ ਕਿ ਐਕਚੁਅਲ ਦੇ ਵਿੱਚ ਕਿਸ ਹਾਲਾਤ ਤੋਂ ਕਿਸ ਤਰੀਕੇ ਨਾਲ ਗੁਜ਼ਰਨਾ ਹੈ, ਕਿਸ ਤਰੀਕੇ ਨਾਲ ਨਿਕਲਣਾ ਹੈ। ਤਾਂ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਪੀਜੀ ਲਾਈਫ ਦੇ ਨਾਲ ਨਾਲ ਹੋਸਟਲ ਲਾਈਫ ਵੀ ਜ਼ਰੂਰੀ ਹੈ, ਕਿਉਂਕਿ ਘਰ ਦੇ ਵਿੱਚ ਇਹ ਹੁੰਦਾ ਕਿ ਪੇਰੈਂਟਸ ਕਦੇ ਵੀ ਸਾਡੇ ਤੇ ਆਂਚ ਨਹੀਂ ਆਣ ਦਿੰਦੇ, ਖਾਸ ਤੌਰ ਤੇ ਕੁੜੀਆਂ ਤੇ, ਵੀ ਬਾਜ਼ਾਰ ਵੀ ਨਾਲ ਜਾਣਾ ਆ, ਸਬਜ਼ੀ ਲੈਣ ਨਹੀਂ ਤੂੰ ਨਹੀਂ ਜਾਣਾ, ਹਨਾ, ਮੰਨ ਲਾ ਵੀ ਸੂਟ ਵੀ ਲੈਣ ਜਾਣਾ ਤੇ ਕੋਈ ਨਾ ਕੋਈ ਨਾਲ ਜਾਂਦਾ ਹੈ, ਮੰਮੀ ਜਾਂਦੀ ਹੈ, ਬ੍ਰਦਰ ਜਾਊਗਾ, ਜਾਂ ਜੋ ਵੀ ਪਰਸਨ ਹੈਗਾ। ਉਹਦੇ ਵਿੱਚ ਇਹ ਕੀ ਹੁੰਦਾ ਕਿ ਇੱਕ ਜਿਹੜੀ ਬੇਟੀ ਆ ਜਿਹਨੂੰ ਅਸੀਂ ਕੱਲ ਨੂੰ ਵਿਆਹੁਣਾ ਆ, ਬਿਲਕੁਲ, ਇਸ ਕਰਕੇ ਇਹ ਐਕਸਪੋਜ਼ਰ ਜਿਹੜਾ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਮੈਂ ਇਹ ਕਹਿਣਾ ਚਾਹੂੰਗੀ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਬਚਾ ਕੇ ਰੱਖਣ ਨਾਲੋਂ ਜ਼ਰੂਰੀ ਹੈ ਵੀ ਲੜਨਾ ਸਿਖਾਈਏ। ਬਿਲਕੁਲ, ਯੋਧੇ ਅਸੀਂ ਆਪ ਹੀ ਬਣਾਉਣੇ ਔਰ ਉਹ ਸਾਡੇ ਘਰੋਂ ਹੀ ਪਾਟੇ, ਉਹ ਚਾਹੇ ਆਮ ਜ਼ਿੰਦਗੀ ਦੇ ਵਿੱਚ ਹੋਵੇ, ਪਰਿਵਾਰਕ ਹੋਵੇ, ਜਾਂ ਫਿਰ ਕਿਸੇ ਵਰਕ ਪਲੇਸ ਤੇ ਹੋਵੇ। ਬਿਲਕੁਲ ਠੀਕ। ਅਰਵਿੰਦਰ ਕੌਰ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਕਾਲ ਕਰਨ ਲਈ, ਔਰ ਬਹੁਤ ਸੋਹਣੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ। ਬਹੁਤ ਵਧੀਆ ਕਾਲਰ ਸੀ ਸਾਡੇ, ਬਹੁਤ ਵਧੀਆ ਲੱਗਿਆ ਇਹਨਾਂ ਦੀ ਗੱਲਾਂ ਸੁਣ ਕੇ, ਔਰ ਬਹੁਤ ਕੁਝ ਮੈਨੂੰ ਵੀ ਇਨਫੈਕਟ ਜਿਹੜਾ ਡਿਫਰੈਂਟ ਜਿਹਾ ਕੁਝ ਸੁਣਨ ਨੂੰ ਸਿੱਖਣ ਨੂੰ ਮਿਲਿਆ, ਜਿਹੜਾ ਮੈਂ ਆਪਣੀ ਜ਼ਿੰਦਗੀ 'ਚ ਡੈਫੀਨੇਟਲੀ ਅਪਣਾਉਂਗੀ। ਤੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ। ਹੁਣ ਵੇਲਾ ਹੋ ਗਿਆ, ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ, ਮੈਨੂੰ ਪਤਾ ਹੈ ਤੁਸੀਂ ਗੱਲਾਂ ਦੇ ਨਾਲ ਨਾਲ ਇਸ ਬ੍ਰੇਕ ਦਾ ਇੰਤਜ਼ਾਰ ਤੇ ਜ਼ਰੂਰ ਕਰਦੇ ਹੋ। ਤੇ ਫਿਰ ਤੁਹਾਡਾ ਇੰਤਜ਼ਾਰ ਖਤਮ ਕਰਦੇ ਹਾਂ ਤੇ ਆਓ ਚੱਲਦੇ ਹਾਂ ਉਸ ਮੋੜ ਦੇ ਉੱਤੇ ਜਿੱਥੇ ਥੋੜਾ ਜਿਹਾ ਐਂਟਰਟੇਨਮੈਂਟ ਵੀ ਹੋ ਜਾਏ। ਸਾਡੇ ਖਰਚੇ ਬੜੇ ਨੇ ਮਰ ਜਾਣੀਏ ਨਹੀਂ ਉੱਤੋਂ ਤੰਗ ਤੂੰ ਕਰਦੀ, ਸਾਡੇ ਖਰਚੇ ਬੜੇ ਨੇ ਮਰ ਜਾਣੀਏ ਨਹੀਂ ਉੱਤੋਂ ਤੰਗ ਤੂੰ ਕਰਦੀ, ਜਿਹੜੀ ਮਹਿੰਗੀ ਚੀਜ਼ ਹੁੰਦੀ ਬਿੱਲੋ ਰਾਣੀਏ ਨਹੀਂ ਉਸੇ ਵੱਲ ਮੂੰਹ ਕਰਦੀ, ਸਾਡੇ ਖਰਚੇ ਬੜੇ ਨੇ ਮਰ ਜਾਣੀਏ ਨਹੀਂ ਉੱਤੋਂ ਤੰਗ ਤੂੰ ਕਰਦੀ। ਸੋਹਣੀਏ
बहुत स्वागत है एक बार फिर तो प्रोग्राम आपो अपनी गल दे विच। अज दा विशा पीजी विच रहन वाली कुड़ियां नूं किहड़ियां-किहड़ियां सावधानियां दा ध्यान रखना चाहिए। साडे अगले कॉलर भी रेडी ने, देर नहीं करनी, जल्दी नाल कॉल लैने आ। हेलो जी, हेलो, हाँ जी, हेलो अंजलि जी, बहुत बहुत स्वागत है प्रोग्राम दे विच। थैंक यू सो मच। हाँ जी, आई एम ऑनर्ड, थैंक यू जी, बहुत बहुत शुक्रिया। तो प्लीज़ बेनती है पंजाबी ज़रूर यूज़ करो। दरअसल मैं एक्चुअली लखनऊ से हूँ, तो इतनी अच्छी पंजाबी मैं बोल नहीं पाऊंगी। अच्छा, कोई गल नहीं जी, तुसी हिंदी च भी गल कर सकते हो। जरूर। हाँ जी। एक्चुअली मुझे लगता है, क्योंकि मैं पीजी में काफी सालों से रह रही हूँ, तो पीजी में रहने का सबसे बड़ी सावधानी ये होनी चाहिए, क्योंकि हम अकेले रहते हैं तो हमारी जिम्मेदारी हमारे ऊपर है, और साथ में हमसे जुड़े लोग जो हमारे मम्मी पापा हैं, पेरेंट्स हैं, उनके लिए जो हमारा कंसर्न है वो भी हमारे लिए बहुत जरूरी है। इसलिए जहाँ भी हम रहते हैं उनकी प्रॉपर वेरिफिकेशन बहुत जरूरी है। मेरे साथ तो खुद एक एक्सपीरियंस, ऐसा अनुभव रहा है कि मेरी रूममेट के क्रिमिनल रिकॉर्ड्स निकले थे बाद में। अच्छा जी। तो मुझे ये लगता है कि जहाँ भी आप रहें, वो अपने आसपास जो भी लड़कियां हैं उनके बारे में उनसे थोड़ा बातचीत जरूर करते रहें, उनके बारे में एक बैकग्राउंड चेक आप जरूर रखें। साथ में, क्योंकि हमें अकेले बहुत ट्रैवल करना होता है, तो मुझे लगता है अपने आसपास हो रही जो भी एक्टिविटीज हैं, जो लोग हैं, उन पर एक थोड़ी सी नजर, एक अलर्टनेस होना बहुत जरूरी है। जैसे कि हमारे साथ होने वाली कोई भी ऐसी घटना को हम टाल सकें, हम नहीं चाहते कि हमारे साथ हो। और सबसे बड़ी जो मैं अभी लॉकडाउन में बहुत फेस किया, सबसे बड़ी प्रॉब्लम जो आई वो मेरी हेल्थ को लेकर थी, क्योंकि हम अकेले रहते हैं कई बार। तो ऐसा होता है कि अकेलापन बहुत हमें खाने को लगता है। तो इस वजह से हमें अपनी सेहत का भी ध्यान बहुत जरूरी रखना है, जिससे कि हम अपने आसपास, अपने मम्मी पापा, अपने पेरेंट्स स्पेशली, उनके लिए एक चिंता का विषय ना बन पाए, क्योंकि हम उनसे दूर रह रहे हैं, उनकी नजरों से दूर है। तो और अपना सेहत का अगर हम ख्याल रखते हैं तो इससे हम अपने काम पर ज्यादा फोकस कर सकते हैं, अपनी पढ़ाई पर, या जो भी हम अपने रोजमर्रा की जिंदगियों में करते हैं। तो इस तरह की सावधानियां मुझे लगता है कि अगर हम रखें बीइंग वुमेन, तो हम अपना ज्यादा अच्छे से रख सकते हैं। आस पड़ोस में घुल मिलकर रहना, अपने आसपास लड़कियां हैं या आपके मकान मालिक हैं, उनसे एक कन्वर्सेशन रखना बहुत जरूरी है। अपनी बात को कहना, ये नहीं कि आपको अगर इश्यू है तो आप अपने अंदर ही रखें उस चीज को, जिससे आप अंदर ही अंदर एक कॉम्प्लेक्स डेवलप कर लें। तो अपने आप को जानते रहिए, आपके अंदर चेंजेस आ रहे हैं, फिजिकल, मेंटल, किसी भी तरीके के। तो एक जिसे हम इंग्लिश में कहते हैं इंट्रोस्पेक्शन, अपने अंदर झांकना, वो बहुत जरूरी है। तो मुझे लगता है कि ये सारी चीजें अगर हम ध्यान में रखें। हाँ, और एक चीज जो मैं बहुत बहुत ज्यादा जरूर मानती हूँ वो ये है कि अपने जो भी खास लोग हैं उनके कॉन्टैक्ट्स हम स्पीड डायल पर रखें, बिल्कुल, ताकि कोई भी अगर ऐसी इमरजेंसी हो तो हम उसको डायल कर सकें। और विमेन हेल्पलाइन नंबर्स हैं जिसका एक बार इस्तेमाल किया था, बहुत काम आई है, वो बहुत इमीडिएटली मेरी हेल्प के लिए आ गए थे। तो ये हेल्पलाइन नंबर्स भी आप जरूर अपने टिप्स पर रखें। बिल्कुल, अगर ये सारी सावधानियां हमारे साथ रहें, हम इन चीजों को ध्यान में रखें, तो मुझे लगता है हम आसानी से अपनी रिस्पॉन्सिबिलिटी पूरी निभा सकते हैं, अपने आप को संभाल सकते हैं। बिल्कुल ठीक, बहुत सोहनियां गल्लां कीतियां इन्होंने, बहुत सोहने सोहने पॉइंट्स दसे कि हैल्पलाइन, वुमेन हैल्पलाइन का नंबर टिप्स ते रखें, अपने डायल लिस्ट के टॉप ते रखें, आस पास कॉन्टैक्ट ਜਿਹੜੇ ਹੈਗੇ ਨੇ जल्दी जल्दी जिन्हों ਅਸੀਂ कर सकते हैं, जिन्हों ਨਾਲ ਰਾਬਤਾ ਉਹਨਾਂ ਦੀ ਲਿਸਟ ਵਿੱਚ ਨਾਮ और नंबर डायल लिस्ट प्रॉपर रखो। और जिदा साडे पहले भी कॉलर ने कहा कि रजिस्टर्ड पीजी जरूर प्रैफर करो। और आले दुआले मेरी इन्हों की गल सुन के ना मैंने मेरी मदर की गल चेते आ गई। मेरी माँ मैनू हमेशा कहती है अज भी कि टीनू तू घरों जो बाहर निकलना है ना बेटा, दो अखां नाल नहीं, पिछे वालियां भी दो अखां नाल काम लैना है। तेरे अगे पिछे, तेरे राइट लैफ्ट तेनू पता होना चाहिए भी कौन हैगा ते कौन की कर रहा और किदां दी उहदी एक्टिविटीज़ हैगियां, ये तू चारों अखां नाल देखना है। ये मेरे मदर कहंदे हुंदे आ। ते यही सावधानियां जदों असीं घरों बाहर चाहे पीजी च रहन लई निकलीए, चाहे किते भी विचरण लई निकलीए, जरूर कुड़ियां नूं लैके अपने नाल कहते कि अपना माइंड कॉन्शियस रख के चलना चाहिए, हर चीज़ ले मेंटली प्रिपेयर रह के चलना चाहिए। मेरी मम्मी ये कहती होंदी है और मैं हमेशा मम्मी दे गल जो घरों बाहर निकलनी चेते रख के निकलती हाँ। हुण ज़्यादा भाषण तो नहीं दूंगी क्योंकि वेला फिर हो गया एक वधिया जिहा गाना सुनन दा, ते आओ सुनते हैं फिर गीत।
हुनर रहिंदे नी तेरे गोरिया हत्थां दी मेहंदी तेरे सोहणिया हत्थां दी मेहंदी तेरे गोरिया हत्थां दी मेहंदी तेरे सोहणिया हत्थां दी मेहंदी तलक दिन ला 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 तलक दिन ला 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 लगदा किसे चैल मुंडे दियां हत्थां ते तकदीरां वाइयां हाय लगदा किसे चैल मुंडे दियां हत्थां ते तकदीरां वाइयां रोक रोक राइयां ताई पता नहीं की कुछ कहंदी रोक रोक के राइयां ताई पता नहीं की कुछ कहंदी तेरे गोरिया हत्थां दी एक बार फिर तो स्वागत है प्रोग्राम आपो अपनी गल दे विच। अज दा विषय पीजी विच रहन वाली कुड़ियां नूं किहड़ियां-किहड़ियां सावधानियां दा ध्यान रखना चाहिए है। और मैं कहांगी कि जिहड़ा करोना काल चल रहा है हाले खत्म नहीं होया करोना हैगा इहदा भी जिहड़ियां कुड़ियां घरों बाहर पीजी च या किते भी रहिंदियां ने उन्हां नूं ध्यान रखना चाहिए है। जिहड़ियां शारीरिक तौर ते सानूं तंदुरुस्त रखण वालियां करोना तो बचाउण वालियां हिदायतां ने उन्हां दा भी पालन करना चाहिए है। माँ प्यो भी तुहानूं कहंदे होणगे, साडे प्रोग्राम के जरिए मैं भी तुहानूं यही बेनती करांगी कि जदों भी तुसीं पीजी जाना है या पीजी जाना है या घरों बाहर निकलना है पीजी चों अपने नाल अपना सैनिटाइज़र लैके निकलना है, मास्क पा के निकलना है। घरे वापस आके सब तो पहला हत्थ धोने है, मूँह धोना है चंगी तरह साबन दे नाल ताकि जो भी साडे हत्थ च बैक्टीरिया विटामिन्स जो भी साडे हत्थ च बैक्टीरिया जर्म्स लगे हुंदे ने वो सारे धुल जाण ते असी इस महामारी तो बच के रहिए। ये बहुत इंपॉर्टेंट चीज़ है अज दे टाइम दे विच ते इन्हां हिदायतां दा असी पालन जरूर करना है ताकि सानू करोना ना होवे, नहीं तो असी बीमार होके बह जाएंगे तो फिर पीजी दे विच रहन दौरान साडी देखभाल करन वाला भी कोई नहीं होएगा। अपने आप नू आप ही सांभना पऊगा ना भी असी जे इंडिविजुअल किते जाके रह रहे हैं तो अपनी शरीरिक रखिया भी असी आप ही करनी है। सो इन्हां हिदायतां दा पालन करो, यही बेनती है। विषय ते वापस आउने आ कि पीजी दे विच रहन दौरान होर किहड़ियां-किहड़ियां सावधानियां सानू वरतणियां चाहीदियां ने। साडे कोई कॉलर रेडी होए? मैनूं लगदा है हजे नहीं होए, तद तक असीं अपनी गल नूं जारी रखदे हां। पहला जिहड़ी अच्छा आ गए कॉल आया, चलो फिर ले लैंदे आ कॉल। हेलो हाँ जी नमस्कार टीनू जी। नमस्कार जी बबीता जी, बहुत बहुत स्वागत है जी। शुक्रिया आपका जी। आज का टॉपिक जैसे कि आज बहुत ही अच्छा और इम्पोर्टेंट टॉपिक आपने लिया है और आपका शो के लिए हमेशा मैं आपको बोलूंगी कि भाषा कोई बैरियर नहीं है। मैं हिंदी भाषी हूँ लेकिन इतना अच्छा शो है और सबको समझ में आता है, तब भी पंजाबी में देखने में भी मजा आता है और थोड़ा थोड़ा पंजाबी भी सीखने लगी हूँ इस जरिए। वाह जी वाह, ते ओदे लई तुहानूं बहुत सारियां बेस्ट विशेस कि तुसीं जल्दी जल्दी पंजाबी सीख लो। मैं भी बहुत ट्राई करती हूँ कि जल्दी जल्दी सीखूं तो फिर मैं आपसे पंजाबी में ही बात करूं। हाँ बिल्कुल, पर हिंदी कोई गल नहीं, हिंदी भी सानू समझ आउंदी है, साडी राष्ट्र भाषा है जी हिंदी, सम्मान करदे हां इस भाषा दा भी। जी 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 जी। आज दे विषय पे दसो। जी मैम, आज का जैसा विषय है कि पीजी में रहने से पहले क्या सावधानियां बरतनी चाहिए। मैं भी घर से काफी सालों तक बाहर रही पढ़ाई के सिलसिले में, तो अपने अनुभव के आधार पर मैं बोलूंगी कि एक तरह से देखा जाए तो 3 सा है जिसका हमें ध्यान रखना चाहिए। अच्छा। पहला सा है सुरक्षा, दूसरा सा है स्वास्थ्य और तीसरा सा है सावधानी। तो सावधानी और सुरक्षा दोनों पहले लेते हैं, स्वास्थ्य को हम तीसरे नंबर पर ले लेंगे। तो पहला जैसे सावधानी और सुरक्षा दोनों को एक साथ जोड़कर हम बात करते हैं। तो उस पहले सा के लिए जब भी कोई भी पेरेंट्स जो हैं जाएं या फिर लड़कियां जो कभी भी जाएं पीजी लेने के लिए, तो पहला सा सुरक्षा जो उन्हें देखना है कि किस एरिया में पीजी है।
वो आसपास का एरिया कैसा है, कितना सुरक्षित है, रात के समय वहां पर लाइट की व्यवस्था है या नहीं है, वहाँ पीजी के बाहर कोई गार्ड रहता है या नहीं रहता है सुरक्षित जो देखभाल करने के लिए। तो पहले सुरक्षा, सबसे पहले सुरक्षा की, आते जाते समय लेट नाइट किसी भी तरह आपको ऐसी जगह पीजी नहीं लेना है कि आपको पैदल चल के अंदर तक जाना पड़ रहा हो या बहुत ज्यादा अंदर पीजी हो जिसका रास्ता सुनसान थोड़ा पड़ता हो। अक्सर करके रात के टाइम में पीजी में जो लड़कियां रहती है, चाहे वो पढ़ने वाली हो या फिर कामकाजी हो, लेट हो ही जाता है कई बार। तो सुरक्षा का सा हो गया ये। दूसरा सुरक्षा का सा ये है कि अंदर जब हम चेक करें पीजी में तो हमें एक एक चीज चेक करनी चाहिए, क्योंकि आजकल इतने हिडन कैमराज आते हैं। तो पीजी में जो हिडन कैमराज रखने के बहुत सारे केसेस सामने आए, तो वो बहुत माइनर से माइक्रो कैमरास आते हैं। तो हर चीज चेक करनी चाहिए, हर चीज, अलमीरा से लेके बाथरूम से लेके मिरर, फैन, बल्ब, हर चीज में कैमरा लग सकता है। तो वो सा जो है सुरक्षा सबसे ज्यादा इम्पोर्टेंट है लड़कियों के लिए, क्योंकि बहुत केसेस आते हैं और फिर बाद में जो लड़कियां टीनेजर होती हैं नहीं उतना समझ पाती हैं, लोग ब्लैकमेल करने लग जाते हैं, पेरेंट्स को भी नहीं बोल पाती हैं। उसकी वजह से बहुत सारे केसेस होते हैं, आत्महत्या वगैरह के भी, सुसाइड के केसेस हो जाते हैं, जिसमें वो मासूम, उनका कोई गलती नहीं होती है, लेकिन क्योंकि वो सा का हमने सुरक्षा का ध्यान नहीं रखा, उसकी वजह से प्रॉब्लम होती है। तो ये जो है ये बहुत इंपॉर्टेंट है कि एक एक चीज को चेक करें। तीसरा सा है स्वास्थ्य। स्वास्थ्य के लिए वहाँ जैसे खाना किस तरीके का मिलता है, मेस जो है हाइजीनिक है या नहीं, वहां पर खाना कैसे बनाया जाता है, क्या क्या चीजें यूज की जाती हैं, तो उन चीजों को भी पहले से पूछें, बात करें। और यहाँ तक कि बाथरूम में भी क्या हाइजीन की व्यवस्था है लड़कियों के लिए, क्योंकि हाइजीन इज ऑल्सो अ वेरी इंपॉर्टेंट टॉपिक फॉर एनीवन, स्पेशली फॉर द गर्ल्स। तो जो कि क्या होता है, हम अवॉइड कर देते हैं कि ठीक है बस देखा बाथरूम साफ सुथरा है काफी है, लेकिन वहाँ किस तरीके से सफाई की जाती है, रोज कोई आता है या नहीं आता है, और कितने लोग उस टॉयलेट को यूज कर रहे हैं, वो सारी हम लोगों को क्लियर कर लेना चाहिए। तो ये 3 सा जो है बहुत इंपॉर्टेंट है किसी भी लड़की के लिए पीजी लेने से पहले। बिल्कुल इंपॉर्टेंट है जी। बहुत सोहने विचार साडे नाल पेश कीते तुसी, सानू बहुत वधिया लग्या, तुहाडा कॉल सानू मिलिया, थैंक यू सो मच। कॉल करने बहुत बहुत शुक्रिया। और जांदे जांदे मैं सिर्फ इन्ना ही कहांगी कि फिजिकली मैंटली दोनों तरीक़ा नाल अपनी सावधानियां वरतो, अपने पेरेंट्स के दिते हुए संस्कार नू याद रखो, मैंटालिटी अपनी हमेशा साफ सुथरी रखो, बुरी संगत तो बचो। इवें दियां होर भी बहुत सारियां हिदायतां असीं अज सुनियां, सावधानियां सुनियां अपने प्रोग्राम दे विच। अगले हफ्ते फिर तो मिलांगे एक नवे विषय दे नाल, तद तक लई मैनूं दिओ इजाजत, रब राखा।